ਜਦੋਂ ਤੁਸੀਂ ਥਾਣੇ ਪਹੁੰਚਦੇ ਜੇ, ਜਦੋਂ ਤੁਸੀਂ ਪਰਚਾ ਦਰਜ ਕਰਾਉਣ ਦੀ ਗੱਲ ਕਰਦੇ ਜੇ, ਤਾਂ ਉਸ ਤੋਂ ਬਾਅਦ ਉੱਥੇ ਜਾ ਕੇ ਲਿਖਤ ਹੋ ਜਾਂਦੀ ਹੈ ਕਿ ਮੈਂ ਵਿਆਹ ਕਰਨ ਨੂੰ ਰਾਜੀ ਹਾਂ। ਤਾਂ ਉਸ ਤੋਂ ਬਾਅਦ ਫਿਰ ਉਸੇ ਤਰੀਕੇ ਨਾਲ ਕਰ ਜਾਂਦਾ। ਕਿੰਨੀ ਵਾਰੀ ਹੋ ਚੁੱਕਿਆ ਤੁਹਾਡਾ? ਸਰ ਇਹ ਮੇਰੇ ਨਾਲ 3 ਵਾਰੀ ਹੋ ਚੁੱਕਿਆ ਹੈ। ਇਹ ਤੀਸਰੀ ਵਾਰੀ ਹੋਇਆ ਹੈ ਹੁਣ ਕਿ ਮੈਂ ਵਿਆਹ ਕਰਵਾਉਣਾ ਵਾ, ਫਿਰ ਉਹਨੇ ਵਿਆਹ ਨਹੀਂ ਕਰਵਾਇਆ। ਮੈਨੂੰ ਗੁਰਦੁਆਰਾ ਸਾਹਿਬ ਬਾਹਰ ਖੜੇ ਹੋਣ ਦੇ ਬਾਅਦ ਇਹਨੇ ਮੈਨੂੰ ਜਵਾਬ ਦਿੱਤਾ ਕਿ ਮੈਂ ਨਹੀਂ ਆ ਰਿਹਾ। ਮੈਂ ਤਿਆਰੀ ਕਰਕੇ ਪੂਰੇ ਰਿਸ਼ਤੇਦਾਰ ਸਾਕੇ ਸੰਬੰਧੀ ਜਿਹੜੇ ਵੀ ਉਹ ਸਾਰੇ ਪਹੁੰਚ ਕੇ ਸੀ ਵਿਆਹ ਦੇ ਵਿੱਚ। ਸਾਰੇ ਆ ਚੁੱਕੇ ਸੀ ਸਰ। ਮੌਕੇ ਉੱਤੇ ਫੋਨ ਆਇਆ ਤਾਂ ਮੌਕੇ ਉੱਤੇ ਸਰ ਇਹਨੇ ਮੈਨੂੰ ਫੋਨ ਕਰਕੇ ਇੰਨੀ ਗੱਲ ਕਹਿ ਦਿੱਤੀ ਕਿ ਮੈਂ ਨਹੀਂ ਆ ਰਿਹਾ, ਕਿ ਮੈਂ ਆਪਣੇ ਆਪ ਨਾਲ ਕੁਛ, ਮੈਨੂੰ ਇਹ ਵੀ ਨਹੀਂ ਦੱਸਿਆ ਕਿ ਮੈਂ ਕੁਛ ਕਰ ਲਿੱਤਾ ਹੋਇਆ ਏ, ਲੇਕਿਨ ਮੈਨੂੰ ਸਿਰਫ ਇੰਨਾ ਕਿਹਾ ਕਿ ਤੂੰ ਜੋ ਚਾਹੁੰਦੀ ਸੀ ਮੇਰੇ ਨਾਲ ਕਰਨਾ ਉਹ ਤੇਰੇ ਨਾਲ ਹੋਏਗਾ। ਮੈਨੂੰ ਨਹੀਂ ਸੀ ਪਤਾ ਕਿ ਮੇਰੇ ਨਾਲ ਸਰ ਕੀ ਚਾਹੁੰਦਾ ਏ, ਲੇਕਿਨ ਮੈਂ ਤੇ ਸਿਰਫ ਇਹਦੇ ਨਾਲ ਵਿਆਹ ਹੀ ਚਾਹੁੰਦੀ ਸੀ, ਮੈਂ ਇਹਦੇ ਕੋਲ ਕੁਛ ਹੋਰ ਨਹੀਂ ਸੀ ਚਾਹੁੰਦੀ ਸਰ। ਲੇਕਿਨ ਇਹਨੇ ਮੈਨੂੰ ਬੇਵਕੂਫ ਬਣਾਉਣ ਦੇ ਨਾਲ ਇਹਨੇ ਸਾਰੇ ਮੇਰੇ ਪਰਿਵਾਰ ਨੂੰ, ਮੇਰੇ ਸਾਰੇ ਭੈਣ ਭਰਾਵਾਂ ਨੂੰ ਬੇਵਕੂਫ ਬਣਾਇਆ ਇਹਨੇ ਸਰ। ਮੈਨੂੰ ਇਨਸਾਫ ਚਾਹੀਦਾ ਹੈ, ਬਸ ਮੈਂ ਇਹੀ ਚਾਹੁੰਦੀ ਹਾਂ ਹੁਣ। ਸਰ ਕਾਰਨ ਇਹੀ ਕਹਿੰਦਾ ਸੀ ਕਿ ਤੂੰ ਮੇਰੇ ਮਾਪਿਓ ਦੀ ਬੇਇੱਜ਼ਤੀ ਕਰਵਾਈ ਆ, ਹੁਣ ਤੈਨੂੰ ਪਤਾ ਲੱਗੇਗਾ ਤੇਰੇ ਮਾਪਿਓ ਦੀ ਬੇਇੱਜ਼ਤੀ ਕਿਸ ਤਰ੍ਹਾਂ ਹੁੰਦੀ ਹੈ। ਤੂੰ ਬੇਇੱਜ਼ਤੀ ਕਰਵਾਉਣ ਵਾਸਤੇ ਇਸ ਤਰ੍ਹਾਂ ਕਿਹਾ ਕਿ ਪਹਿਲੇ ਤਰੀਕ ਮਿੱਥੀ ਗਈ, ਤਾਂ ਉਸ ਤੋਂ ਬਾਅਦ ਮੌਕੇ ਤੇ ਕਹਿੰਦਾ ਮੈਂ ਨਹੀਂ ਵਿਆਹ ਕਰਾਂ। ਹਾਂਜੀ ਸਰ, ਇਹੀ ਮੌਕੇ ਤੇ ਇਹਨੇ ਮੈਨੂੰ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ, ਮੈਂ ਨਹੀਂ ਆ ਰਿਹਾ ਹੈਗਾ। ਤਿਆਰੀਆਂ ਜਿਹੜੀਆਂ ਵਾ ਉਹ ਹੁਣ ਮੁਕੰਮਲ ਤੇ ਤੁਸੀਂ ਕਰ ਲਿੱਤੀਆਂ, ਪਰ ਹੁਣ ਤਿਆਰੀਆਂ ਅਧੂਰੀਆਂ ਰਹਿ ਗਈਆਂ ਨੇ ਤੇ ਚੂੜੀਆਂ ਵੀ ਤੁਸੀਂ ਉਤਾਰੀਆਂ, ਤਾਂ ਹੁਣ ਤੇ ਇਨਕਾਰ ਹੋ ਗਿਆ ਵਿਆਹ ਦਾ। ਸਰ ਮੈਂ ਚਾਹੁੰਦੀ ਹਾਂ ਕਿ ਮੈਂ ਇਹ ਸਭ ਕੁਝ ਉਦੋਂ ਹੀ ਉਤਾਰਾਂਗੀ ਜਦੋਂ ਮੈਨੂੰ ਇਨਸਾਫ ਮਿਲੇਗਾ, ਉਸ ਤਰ੍ਹਾਂ ਮੈਂ ਕੁਝ ਨਹੀਂ ਉਤਾਰਾਂਗੀ। ਸਾਲ ਦੇ ਵਿੱਚ ਫਸ ਕਿਸ ਤਰ੍ਹਾਂ ਗਏ? ਸਰ ਮੈਂ ਇਹਦੇ ਜਾਲ ਵਿੱਚ ਮੈਂ ਕੰਪਿਊਟਰ ਕੋਰਸ ਕਰਦੀ ਸੀ, ਮੇਰੀ ਉੱਥੇ ਇਹਦੇ ਨਾਲ ਗੱਲਬਾਤ ਹੋਈ ਸੀ। ਦੋਸਤੋ, ਵਿਆਹ ਕਰਨਾ ਜਾਂ ਫਿਰ ਨਾ ਕਰਨਾ ਇਹ ਬਾਤ ਦੀ ਗੱਲ ਹੈ, ਪਰ ਵਿਆਹ ਕਰਨ ਦਾ ਕਹਿ ਕੇ ਵਿਆਹ ਨਾ ਕਰਨਾ ਇਹ ਬਹੁਤ ਵੱਡਾ ਧੋਖਾ। ਤਾਂ ਜਿਹੜਾ ਧੋਖਾ ਲਗਾਤਾਰ ਲੜਕਿਆਂ ਵੱਲੋਂ ਦਿੱਤਾ ਜਾਂਦਾ ਜਾਂ ਫਿਰ ਲੜਕੀਆਂ ਵੱਲੋਂ ਦਿੱਤਾ ਜਾਂਦਾ, ਪਰ ਜਿਹਦੇ ਨਾਲ ਧੋਖਾ ਹੋ ਜਾਂਦਾ ਹੈ ਉਹ ਫਿਰ ਉਹ ਧੋਖੇ ਨੂੰ ਸਹਿਣ ਨਹੀਂ ਪਾਉਂਦਾ, ਤਾਂ ਫਿਰ ਉਹ ਸਿਰਫ ਤੇ ਸਿਰਫ ਮੰਗ ਕਰਦਾ ਹੈ ਪ੍ਰਸ਼ਾਸਨ ਕੋਲੋਂ, ਤੇ ਜਾਂ ਫਿਰ ਰਸਤਾ ਚਾਹੁੰਦਾ ਹੈ ਐਸਾ ਜਿਹੜਾ ਰਸਤਾ ਕੋਈ ਵੀ ਨਹੀਂ ਚੁਣਨਾ ਚਾਹੁੰਦਾ। ਤਾਂ ਇਸ ਵੇਲੇ ਇਸ ਲੜਕੀ ਜਿਹੜੀ ਇਸ ਵੇਲੇ ਮੌਜੂਦ ਹੈ, ਇਹਦੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੀ ਭਾਣਾ ਬੀਤਿਆ। ਹੱਥਾਂ ਤੇ ਮਹਿੰਦੀ, ਤਾਂ ਬਾਹਾਂ ਦੇ ਵਿੱਚ ਚੂੜੀਆਂ ਤੇ ਸਾਰਾ ਸਮਾਨ ਜਿਹੜਾ ਦੁਲਹਨ ਦਾ ਇੱਥੇ ਤਿਆਰ ਪਿਆ, ਪਰ ਇਸ ਲੜਕੀ ਨਾਲ ਭਾਣਾ ਇਹ ਬੀਤਿਆ ਕਿ ਜਿਹਦੇ ਨਾਲ ਇਸ ਲੜਕੀ ਦਾ ਜਿਹੜੇ ਨੌਜਵਾਨ ਦੇ ਨਾਲ ਵਿਆਹ ਹੋਣਾ ਸੀ, ਉਹਨੇ ਐਨ ਮੌਕੇ ਦੇ ਉੱਤੇ ਇਨਕਾਰ ਕਰ ਦਿੱਤਾ ਤੇ ਕਹਿ ਦਿੱਤਾ ਕਿ ਮੈਂ ਵਿਆਹ ਨਹੀਂ ਕਰਾਂਗਾ। ਕਾਰਨ ਕੀ ਸੀ, ਕਿਉਂ ਇੱਥੋਂ ਤੱਕ ਗੱਲ ਪਹੁੰਚੀ ਕਿ ਵਿਆਹ ਦੇ ਉੱਤੋਂ ਇਨਕਾਰ ਕਰ ਦਿੱਤਾ ਗਿਆ। ਪਰਿਵਾਰ ਇਸ ਵੇਲੇ ਸਿਰਫ ਇਹੋ ਹੀ ਸੋਚ ਰਿਹਾ ਕਿ ਰਿਸ਼ਤੇਦਾਰ, ਸਕੇ ਸੰਬੰਧੀ, ਆਂਢੀਆਂ ਗਵਾਂਢੀਆਂ ਵਿੱਚ ਸਾਡੀ ਹੁਣ ਕਿੰਨੀ ਬੇਇੱਜ਼ਤੀ ਹੋਣ ਵਾਲੀ ਆ। ਇਹ ਰਿਸ਼ਤੇਦਾਰ ਜਿਹੜੇ ਘਰ ਦੇ ਵਿੱਚ ਪਹੁੰਚੇ ਸਨ, ਤਾਂ ਉਹਨਾਂ ਨੂੰ ਵੀ ਨਿਰਾਸ਼ ਜਾਣਾ ਪੈ ਰਿਹਾ। ਕੁਝ ਰਿਸ਼ਤੇਦਾਰ ਇੱਥੇ ਮੌਜੂਦ ਨੇ, ਤਾਂ ਇਸ ਲੜਕੀ ਨਾਲ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਕੇ ਦੇਖਦੇ ਹਾਂ ਕਾਰਨ ਕੀ ਹੋਇਆ ਸੀ। ਭੈਣ ਜੀ, ਨਾਮ ਕੀ ਤੁਹਾਡਾ? ਸਰ ਰਾਜ ਰਾਣੀ ਮੇਰਾ ਨਾਮ ਆ। ਕੀ ਕਹਿਣਾ ਚਾਹੁੰਦੇ ਜੀ, ਹੋਇਆ ਕੀ ਹੈ? ਸਾਰਾ ਸਮਾਨ ਇਸ ਤਰੀਕੇ ਦੇ ਨਾਲ ਪਿਆ, ਹੱਥਾਂ ਤੇ ਮਹਿੰਦੀ ਲੱਗੀ ਆ, ਚੂੜੀਆਂ ਹੱਥਾਂ 'ਚ ਪਾਈਆਂ ਹੋਈਆਂ ਨੇ, ਸਾਰਾ ਸਮਾਨ ਰੈਡੀ ਹੈ, ਦਾਜ ਦਾ ਸਮਾਨ ਵੀ ਬਣਾ ਦਿੱਤਾ ਗਿਆ, ਪਰ ਕਾਰਨ ਕੀ ਹੋਇਆ? ਕਿਉਂ ਨਹੀਂ ਤੁਹਾਡੇ ਨਾਲ ਵਿਆਹ ਕਰਨ ਦੇ ਵਿੱਚ ਉਹਨੇ ਹਾਮੀ ਭਰੀ? ਸਰ 5 ਸਾਲ ਤੋਂ ਰਿਲੇਸ਼ਨ ਚੱਲਦਾ ਸੀ। ਪਹਿਲਾਂ ਤੇ ਵਿਆਹ ਲਈ ਇਹੀ ਕਹਿੰਦਾ ਰਿਹਾ ਕਿ ਮੈਂ ਵਿਆਹ ਕਰਵਾਵਾਂਗਾ, ਲੇਕਿਨ ਜਦੋਂ ਮੈਂ ਆਪਣੇ ਘਰੇ ਆਣ ਕੇ ਗੱਲ ਕਰ ਦਿੱਤੀ ਤੇ ਇੱਕਦਮ ਜਵਾਬ ਦੇ ਦਿੱਤਾ ਉਹਨੇ ਵਿਆਹ ਤੋਂ। ਮੇਰੇ ਫੈਮਿਲੀ ਮੈਂਬਰ ਉਹਦੇ ਘਰੇ ਜਾਂਦੇ ਰਹੇ, 4 ਵਾਰ ਉਹਨਾਂ ਨੇ ਸਾਨੂੰ ਹਾਂ ਕਰਕੇ ਨਾ ਕਰ ਦਿੱਤੀ। ਉਸ ਤੋਂ ਬਾਅਦ ਮੈਂ ਪੁਲਿਸ ਕੰਪਲੇਂਟ ਕੀਤੀ, ਪੁਲਿਸ ਨੇ ਵੀ ਮੇਰੀ ਕੋਈ ਸੁਣਵਾਈ ਨਹੀਂ ਕੀਤੀ। ਉਸ ਤੋਂ ਬਾਅਦ ਮੈਂ ਕਮਿਸ਼ਨਰ ਸਾਹਿਬ ਦੇ ਆਪਣੀ ਐਪਲੀਕੇਸ਼ਨ ਅਪੀਲ ਕੀਤੀ, ਉਹਨਾਂ ਨੇ ਮੇਰੀ ਮਾਰਕ ਸਿੱਧੀ ਵੂਮਨ ਸੈੱਲ ਨੂੰ ਕਰ ਦਿੱਤੀ। ਉੱਥੇ ਵੀ ਸਰ ਮੇਰਾ 3 ਮਹੀਨੇ ਤੋਂ ਕੇਸ ਚੱਲ ਰਿਹਾ ਹੈ, ਲੇਕਿਨ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ। ਮੈਨੂੰ ਟਾਈਮ ਤੋਂ ਟਾਈਮ ਦਿੱਤਾ ਜਾ ਰਿਹਾ ਹੈ, ਲੇਕਿਨ ਐਨ ਮੌਕੇ 'ਤੇ ਆਣ ਕੇ ਉਹਨੇ ਫਿਰ ਮੇਰੇ ਨਾਲ 2 ਵਾਰ ਲਿਖਤ ਕੀਤੀ। ਲਿਖਤ ਕਰਨ ਦੇ ਬਾਅਦ ਉਹਨੇ ਸਰ ਮੇਰੇ ਨਾਲ ਆ ਕਰ ਦਿੱਤਾ ਹੈ। ਥਾਣੇ ਦੇ ਵਿੱਚ ਤੁਹਾਡੇ ਨਾਲ ਲਿਖਤ ਹੋ ਗਈ ਸੀ ਕਿ ਹੁਣ ਮੈਂ ਵਿਆਹ ਕਰਾਂਗਾ? ਹਾਂਜੀ ਸਰ, 2 ਵਾਰੀ ਲਿਖਤ ਹੋ ਚੁੱਕੀ ਮੇਰੀ ਉਹਦੇ ਨਾਲ ਕਿ ਮੈਂ ਵਿਆਹ ਕਰਵਾਵਾਂਗਾ। ਉਹਦੇ ਮੋਤਬਾਰਾਂ ਨੇ ਵੀ ਸਾਈਨ ਕੀਤੇ, ਲੇਕਿਨ ਕੋਈ ਮੌਜੂਦ ਨਹੀਂ ਹੋਇਆ ਮੌਕੇ 'ਤੇ। ਉਸ ਤੋਂ ਬਾਅਦ ਫਿਰ ਮੈਨੂੰ ਝਾਂਸਾ ਦਿੱਤਾ ਗਿਆ। ਜਦੋਂ ਮੈਂ ਪਰਚੇ ਦੀ ਅਪੀਲ ਕਰ ਦਿੱਤੀ ਗਈ ਕਿ ਮੇਰਾ ਪਰਚਾ ਹੀ ਆ, ਮੇਰੀ ਪਰਚੇ ਦੀ ਮੰਗ ਹੀ ਹੈ, ਮੈਂ ਪਰਚਾ ਹੀ ਕਰਵਾਉਣਾ ਚਾਹੁੰਦੀ ਹਾਂ, ਲੇਕਿਨ ਉੱਥੋਂ ਮੈਨੂੰ ਫਿਰ ਫੋਨ ਆਉਂਦਾ SHO ਮੈਮ ਦਾ ਕਿ ਲੜਕਾ ਵਿਆਹ ਵਾਸਤੇ ਰਾਜੀ ਹੋ ਗਿਆ ਏ, ਅਸੀਂ ਵਿਆਹ ਵਾਸਤੇ ਰਾਜੀ ਹਾਂ। ਉਹਨਾਂ ਨੇ ਮੈਨੂੰ ਫਿਰ ਬੁਲਾਇਆ 16/10/2020 ਨੂੰ 11 ਵਜੇ, ਜਦ ਕਿ ਮੈਡਮ ਆਪ ਛੁੱਟੀ 'ਤੇ ਸੀ। ਉਸ ਸਮੇਂ ਸਬ ਇੰਸਪੈਕਟਰ ਜਿਹੜੇ ਸੀ ਉਹ ਵੀ ਡਿਊਟੀ ਲੱਗੀ ਹੋਈ ਸੀ ਉਸ ਵਕਤ। ਜਿਹੜੇ ਮੌਕੇ 'ਤੇ ਅਫਸਰ ਮੌਜੂਦ ਸੀ ਉਹਨਾਂ ਨੇ ਮੇਰੀ ਲਿਖਤ ਕਰਵਾਈ, ਐਫੀਡੇਵਿਟ ਸਭ ਕੁਝ ਤਿਆਰ ਹੋਇਆ। ਲੜਕੇ ਨੇ ਮੇਰੇ ਨਾਲ ਵਿਆਹ ਦਾ ਪੂਰੀ ਤਰ੍ਹਾਂ ਸਹਿਮਤ ਹੋਣ ਦੇ ਬਾਵਜੂਦ ਆਧਾਰ ਕਾਰਡ ਦਾ ਬਹਾਨਾ ਲਗਾ ਦਿੱਤਾ ਕਿ ਮੇਰੇ ਕੋਲ ਆਧਾਰ ਕਾਰਡ ਨਹੀਂ ਹੈਗਾ ਉਸ ਟਾਈਮ 'ਤੇ। ਫਿਰ ਉਹਨੇ 17 ਤਰੀਕ ਦਾ ਟਾਈਮ ਰੱਖਿਆ, 17 ਤਰੀਕ ਨੂੰ ਵੀ ਨਹੀਂ ਪਹੁੰਚਿਆ। 18 ਤਰੀਕ ਨੂੰ ਉਹਨੇ ਮੇਰੇ ਨਾਲ ਆ ਕੁਛ ਕਰ ਦਿੱਤਾ ਕਿ ਮੈਂ ਨਹੀਂ ਆਉਣਾ ਹੈਗਾ। ਪਰ ਬੜੀ ਵੱਡੀ ਗੱਲ ਹੈ ਕਿ ਜਦੋਂ ਤੁਸੀਂ ਥਾਣੇ ਪਹੁੰਚਦੇ ਜੇ, ਜਦੋਂ ਤੁਸੀਂ ਪਰਚਾ ਦਰਜ ਕਰਾਉਣ ਦੀ ਗੱਲ ਕਰਦੇ ਜੇ, ਤਾਂ ਉਸ ਤੋਂ ਬਾਅਦ ਉੱਥੇ ਜਾ ਕੇ ਲਿਖਤ ਹੋ ਜਾਂਦੀ ਹੈ ਕਿ ਮੈਂ ਵਿਆਹ ਕਰਨ ਨੂੰ ਰਾਜੀ ਹਾਂ, ਤਾਂ ਉਸ ਤੋਂ ਬਾਅਦ ਫਿਰ ਉਸੇ ਤਰੀਕੇ ਨਾਲ ਕਰ ਜਾਂਦਾ। ਕਿੰਨੀ ਵਾਰੀ ਹੋ ਚੁੱਕਿਆ ਤੁਹਾਡਾ? ਸਰ ਇਹ ਮੇਰੇ ਨਾਲ 3 ਵਾਰੀ ਹੋ ਚੁੱਕਿਆ ਹੈ, ਇਹ ਤੀਸਰੀ ਵਾਰੀ ਹੋਇਆ ਹੈ ਹੁਣ
ਕਿ ਮੈਂ ਵਿਆਹ ਕਰਵਾਉਣਾ ਵਾ, ਫਿਰ ਉਹਨੇ ਵਿਆਹ ਨਹੀਂ ਕਰਵਾਇਆ। ਮੈਨੂੰ ਵਿਆਹ ਦਾ ਝਾਂਸਾ ਦੇ ਕੇ ਉਹਨੇ ਆ ਕੁਛ ਕਰ ਲਿੱਤਾ ਸਰ। ਪਰ ਤਿਆਰੀਆਂ ਸੀ ਤੁਹਾਡੇ ਵੱਲੋਂ ਵਿਆਹ ਦੀਆਂ ਪੂਰੀਆਂ? ਉਸੇ ਦਿਨ ਹੀ ਅਸੀਂ ਸਾਰੀ ਤਿਆਰੀ ਕੀਤੀ ਜਿਸ ਦਿਨ ਉਹਨੇ ਮੇਰੇ ਨਾਲ ਲਿਖਤ ਕੀਤੀ ਹੈ 16/10 ਨੂੰ ਸਰ। 16 ਤਰੀਕ ਨੂੰ ਆਈਡੀ ਬੀਤੀ 16 ਹਾਂਜੀ ਸਰ, ਇਹ 16 ਨੂੰ ਤੇ 16/10 ਨੂੰ ਹੀ ਮੈਂ ਸਾਰੀ ਤਿਆਰੀ ਐਟ ਏ ਟਾਈਮ ਆਪਣੇ ਰਿਸ਼ਤੇਦਾਰਾਂ ਨੂੰ, ਜਿੰਨੇ ਵੀ ਮਤਲਬ ਫੈਮਿਲੀ ਮੈਂਬਰਸ ਸਾਰਿਆਂ ਨੂੰ ਇਤਲਾਹ ਦੇਤੀ ਕਿ ਮਤਲਬ ਐਤਵਾਰ ਨੂੰ ਵਿਆਹ ਹੈਗਾ, ਸਾਰਿਆਂ ਨੇ ਘਰੇ ਆਉਣਾ ਹੈਗਾ। ਲੇਕਿਨ ਇਹਨੇ ਮੌਕੇ ਤੇ ਫਿਰ ਜਵਾਬ ਦੇਤਾ ਸਰ। ਗੁਰਦੁਆਰਾ ਸਾਹਿਬ ਬਾਹਰ ਖੜੇ ਹੋਣ ਦੇ ਬਾਅਦ ਇਹਨੇ ਮੈਨੂੰ ਜਵਾਬ ਦਿੱਤਾ ਕਿ ਮੈਂ ਨਹੀਂ ਆ ਰਿਹਾ। ਮੈਂ ਤਿਆਰੀ ਕਰਕੇ ਪੂਰੇ ਰਿਸ਼ਤੇਦਾਰ ਸਾਕੇ ਸੰਬੰਧੀ ਜਿਹੜੇ ਵੀ ਉਹ ਸਾਰੇ ਪਹੁੰਚ ਗਏ ਸੀ ਵਿਆਹ ਦੇ ਵਿੱਚ? ਸਾਰੇ ਆ ਚੁੱਕੇ ਸੀ ਸਰ। ਤਾਂ ਮੌਕੇ ਉੱਤੇ ਫੋਨ ਆਇਆ ਤੁਹਾਨੂੰ? ਮੌਕੇ ਉੱਤੇ ਸਰ ਇਹਨੇ ਮੈਨੂੰ ਫੋਨ ਕਰਕੇ ਇੰਨੀ ਗੱਲ ਕਹਿ ਦਿੱਤੀ ਕਿ ਮੈਂ ਨਹੀਂ ਆ ਰਿਹਾ, ਕਿ ਮੈਂ ਆਪਣੇ ਆਪ ਨਾਲ ਕੁਛ, ਮੈਨੂੰ ਇਹ ਵੀ ਨਹੀਂ ਦੱਸਿਆ ਕਿ ਮੈਂ ਕੁਛ ਕਰ ਲਿੱਤਾ ਹੋਇਆ ਏ। ਲੇਕਿਨ ਮੈਨੂੰ ਸਿਰਫ ਇੰਨਾ ਕਿਹਾ ਕਿ ਤੂੰ ਜੋ ਚਾਹੁੰਦੀ ਸੀ ਮੇਰੇ ਨਾਲ ਕਰਨਾ ਉਹ ਤੇਰੇ ਨਾਲ ਹੋਏਗਾ। ਮੈਨੂੰ ਨਹੀਂ ਸੀ ਪਤਾ ਕਿ ਇਹ ਮੇਰੇ ਨਾਲ ਸਰ ਕੀ ਚਾਹੁੰਦਾ ਏ, ਲੇਕਿਨ ਮੈਂ ਤੇ ਸਿਰਫ ਇਹਦੇ ਨਾਲ ਵਿਆਹ ਹੀ ਚਾਹੁੰਦੀ ਸੀ, ਮੈਂ ਇਹਦੇ ਕੋਲ ਕੁਛ ਹੋਰ ਨਹੀਂ ਸੀ ਚਾਹੁੰਦੀ ਸਰ। ਲੇਕਿਨ ਇਹਨੇ ਮੈਨੂੰ ਬੇਵਕੂਫ ਬਣਾਉਣ ਦੇ ਨਾਲ ਨਾਲ ਇਹਨੇ ਸਾਰੇ ਮੇਰੇ ਪਰਿਵਾਰ ਨੂੰ, ਮੇਰੇ ਸਾਰੇ ਭੈਣ ਭਰਾਵਾਂ ਨੂੰ ਬੇਵਕੂਫ ਬਣਾਇਆ ਇਹਨੇ ਸਰ। ਮੈਨੂੰ ਇਨਸਾਫ ਚਾਹੀਦਾ ਹੈ, ਬਸ ਮੈਂ ਇਹੀ ਚਾਹੁੰਦੀ ਹਾਂ ਹੁਣ। ਪਰ ਕਾਰਨ ਐਂਡ ਤੇ ਕਾਰਨ ਕੀ ਦੱਸਿਆ ਸੀ ਉਹਨੇ ਫੋਨ ਕਰਕੇ ਕਿ ਮੈਂ ਕਿਉਂ ਨਹੀਂ ਕਰਨਾ? ਸਰ ਕਾਰਨ ਇਹੀ ਕਹਿੰਦਾ ਸੀ ਕਿ ਤੂੰ ਮੇਰੇ ਮਾਪਿਓ ਦੀ ਬੇਇੱਜ਼ਤੀ ਕਰਵਾਈ ਆ, ਹੁਣ ਤੈਨੂੰ ਪਤਾ ਲੱਗੇਗਾ ਤੇਰੇ ਮਾਪਿਓ ਦੀ ਬੇਇੱਜ਼ਤੀ ਕਿਸ ਤਰ੍ਹਾਂ ਹੁੰਦੀ ਹੈ। ਤੂੰ ਬੇਇੱਜ਼ਤੀ ਕਰਵਾਉਣ ਵਾਸਤੇ ਇਸ ਤਰ੍ਹਾਂ ਕਿਹਾ ਕਿ ਪਹਿਲੇ ਤਰੀਕ ਮਿੱਥੀ ਗਈ ਤਾਂ ਉਸ ਤੋਂ ਬਾਅਦ ਮੌਕੇ ਤੇ ਕਹਿੰਦਾ ਮੈਂ ਨਹੀਂ ਵਿਆਹ ਕਰਾਉਣਾ? ਹਾਂਜੀ ਸਰ, ਇਹੀ ਮੌਕੇ ਤੇ ਇਹਨੇ ਮੈਨੂੰ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ, ਮੈਂ ਨਹੀਂ ਆ ਰਿਹਾ ਹੈਗਾ। ਉਸ ਤੋਂ ਬਾਅਦ ਇਹਨੇ ਮੇਰੇ ਨਾਲ ਨਾ ਹੀ ਕੋਈ ਮੇਰਾ ਫੋਨ ਚੁੱਕਿਆ, ਨਾ ਹੀ ਮੇਰਾ ਕੋਈ ਗੱਲ। ਨਾਲ ਇਹ ਵੀ ਕਹਿੰਦਾ ਸੀ ਕਿ ਮੇਰੇ ਮੰਮੀ ਡੈਡੀ ਆਧਾਰ ਕਾਰਡ ਨਹੀਂ ਦੇ ਰਹੇ, ਮੇਰੇ ਫੈਮਿਲੀ ਮੈਂਬਰ ਮੈਨੂੰ ਇਸ ਤਰ੍ਹਾਂ ਕਹਿ ਰਹੇ ਨੇ ਕਿ ਇਸ ਤਰ੍ਹਾਂ ਕਰ ਲਾ, ਉਸ ਤਰ੍ਹਾਂ ਕਰ ਲਾ। ਹਾਂਜੀ। ਤਾਂ ਜੇ ਜਿਸ ਤਰ੍ਹਾਂ ਹੁਣ ਤੁਸੀਂ ਚੂੜੀਆਂ ਵੀ ਪਾਈਆਂ ਹੋਈਆਂ ਨੇ, ਕੀ ਹੈ ਤਿਆਰੀਆਂ ਜਿਹੜੀਆਂ ਵਾ ਉਹ ਹੁਣ ਮੁਕੰਮਲ ਤੇ ਤੁਸੀਂ ਕਰ ਲਿੱਤੀਆਂ, ਪਰ ਹੁਣ ਤਿਆਰੀਆਂ ਅਧੂਰੀਆਂ ਰਹਿ ਗਈਆਂ ਨੇ ਤੇ ਚੂੜੀਆਂ ਵੀ ਤੁਸੀਂ ਉਤਾਰੀਆਂ, ਤਾਂ ਹੁਣ ਤੇ ਇਨਕਾਰ ਹੋ ਗਿਆ ਵਿਆਹ ਦਾ? ਸਰ ਮੈਂ ਚਾਹੁੰਦੀ ਹਾਂ ਕਿ ਮੈਂ ਇਹ ਸਭ ਕੁਝ ਉਦੋਂ ਹੀ ਉਤਾਰਾਂਗੀ ਜਦੋਂ ਮੈਨੂੰ ਇਨਸਾਫ ਮਿਲੇਗਾ। ਉਸ ਤਰ੍ਹਾਂ ਮੈਂ ਕੁਛ ਨਹੀਂ ਉਤਾਰਾਂਗੀ। ਉਨੀ ਦੇਰ ਤੱਕ ਮੈਂ ਕੁਛ ਨਹੀਂ ਉਤਾਰਨਾ ਚਾਹੁੰਦੀ ਜਿੰਨਾ ਚਿਰ ਤੱਕ ਮੈਨੂੰ ਇਨਸਾਫ ਨਹੀਂ ਮਿਲਦਾ। ਜਦੋਂ ਮੈਨੂੰ ਇਨਸਾਫ ਮਿਲੇਗਾ ਮੈਂ ਫੇਰ ਹੀ ਉਤਾਰਾਂਗੀ। ਰਿਲੇਸ਼ਨ ਵਿੱਚ ਕਿੰਨੀ ਦੇਰ ਤੁਸੀਂ ਰਹੇ ਸੀ? ਸਰ ਰਿਲੇਸ਼ਨ ਵਿੱਚ 5 ਸਾਲ ਹੋ ਗਏ ਨੇ। ਮੈਨੂੰ ਘਰੇ ਵੀ ਲੈ ਕੇ ਜਾਂਦਾ ਸੀ, ਹੋਟਲਾਂ ਵਿੱਚ ਵੀ ਖੜਦਾ ਸੀ। ਮਤਲਬ ਜਿੱਥੋਂ ਜੋ ਵੀ ਮੈਨੂੰ ਕਹਿੰਦਾ ਸੀ ਕਰਨ ਵਾਸਤੇ ਮੈਂ ਹਰ ਗੱਲ ਮੰਨਦੀ ਸੀ। ਸੀ ਕਿ ਹੁਣ ਵਿਆਹ ਮੇਰਾ ਹੋ ਹੀ ਜਾਣਾ, ਮੇਰਾ ਪਤੀ ਹੈ। ਹਾਂਜੀ ਸਰ, ਇਸੇ ਕਰਕੇ ਮੈਂ ਹਰ ਗੱਲ ਆਪਣੀ ਮੰਨਦੀ ਰਹੀ। ਬਿਲਕੁਲ। ਸੋ ਦੇਖ ਸਕਦੇ ਜੇ ਫਿਰ ਇਸ ਸਾਰਾ ਸਮਾਨ ਜਿਹੜਾ ਵਾ ਉਸੇ ਤਰੀਕੇ ਨਾਲ ਰੱਖਿਆ, ਜੈਮਾਲਾ ਜਾਂ ਹੱਥਾਂ ਦੇ ਵਿੱਚ ਚੂੜੀਆਂ ਜਿਹੜੀਆਂ, ਤਾਂ ਪੂਰੀਆਂ ਤਿਆਰੀਆਂ ਵੀ ਹੋ ਚੁੱਕੀਆਂ ਸੀ। ਉਹ ਇਸ ਵੇਲੇ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜੀਆਂ ਦੇਖਣ ਤੋਂ ਬਾਅਦ ਇੱਕ ਵਾਰੀ ਹਿਰਦੇ, ਇੱਕ ਵਾਰੀ ਦਿਲ ਕੰਬ ਜਾਂਦਾ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ। ਕਿ ਸਮਾਨ ਸਾਰਾ ਪਰਿਵਾਰ ਵੱਲੋਂ ਤਿਆਰ ਕੀਤਾ ਗਿਆ। ਜਦੋਂ ਗੁਰਦੁਆਰੇ ਦੇ ਵਿੱਚ ਅਸੀਂ ਪਹੁੰਚਦੇ ਹਾਂ ਤਾਂ ਗੁਰਦੁਆਰੇ ਦੇ ਵਿੱਚ ਮੌਕੇ ਤੇ ਉਸ ਨੌਜਵਾਨ ਦਾ ਫੋਨ ਆਉਂਦਾ ਹੈ, ਤਾਂ ਕਹਿੰਦਾ ਮੈਂ ਤੇ ਤੇਰੇ ਨਾਲ ਵਿਆਹ ਕਰਵਾਉਣਾ ਹੀ ਨਹੀਂ, ਮੈਂ ਸਿਰਫ ਲਾਰਾ ਲਗਾਇਆ ਸੀ। ਤੇ ਪਰਿਵਾਰ ਉਸੇ ਵਕਤ ਟੁੱਟ ਜਾਂਦਾ ਹੈ। ਪਰਿਵਾਰ ਕਹਿੰਦਾ ਕਿ ਹੁਣ ਸਾਡੇ ਨਾਲ ਕੀ ਬਣੂਗਾ, ਕਿਉਂਕਿ ਰਿਸ਼ਤੇਦਾਰ ਸਕੇ ਸੰਬੰਧੀ ਸਾਰੇ ਪਹੁੰਚੇ ਹੁੰਦੇ ਨੇ, ਤਾਂ ਸਾਰੇ ਇਕੱਠੇ ਹੋ ਕੇ ਜਦੋਂ ਕੁੜੀ ਵਿਆਹਣ ਗੁਰਦੁਆਰੇ ਦੇ ਵਿੱਚ ਜਾਂਦੇ ਨੇ, ਲਾਵਾਂ ਫੇਰੇ ਹੋਣੇ ਹੁੰਦੇ ਨੇ, ਤਾਂ ਉਸ ਤੋਂ ਬਾਅਦ ਇਹ ਹਾਲਾਤ ਹੋ ਜਾਂਦੇ ਨੇ। ਤੇ ਲੜਕੀ ਵੱਲੋਂ ਕਿਹਾ ਜਾਂਦਾ, ਸੋ ਫੋਟੋਆਂ ਵੀ ਖਿੱਚੀਆਂ ਜਾਂਦੀਆਂ ਨੇ, ਤਿਆਰੀਆਂ ਜਿਹੜੀਆਂ ਨੇ ਉਹ ਦੇਖ ਸਕਦੇ ਕਿ ਤਿਆਰੀਆਂ ਪੂਰੀਆਂ ਕੀਤੀਆਂ ਜਾਂਦੀਆਂ ਨੇ, ਪਰ ਹਾਲਾਤ ਜਿਹੜੇ ਕਿਸ ਤਰ੍ਹਾਂ ਦੇ ਨੇ ਇਹ ਦੇਖਣ ਵਾਲੀ ਗੱਲ ਹੈ। ਕਿ ਪਰਿਵਾਰ ਇਸ ਵੇਲੇ ਸਦਮੇ ਦੇ ਵਿੱਚ ਇਸ ਕਰਕੇ ਹੈ ਕਿ ਸਾਨੂੰ ਸਿਰਫ ਤੇ ਸਿਰਫ ਇਨਸਾਫ ਚਾਹੀਦਾ ਹੈ। ਇਨਸਾਫ ਕਦੋਂ ਦਿੱਤਾ ਜਾਏਗਾ ਪ੍ਰਸ਼ਾਸਨ ਵੱਲੋਂ, ਇਹ ਕਿਤੇ ਨਾ ਕਿਤੇ ਵੇਖਣ ਵਾਲੀ ਗੱਲ ਹੈ। ਲੜਕੀ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਚੂੜੀਆਂ ਉਦੋਂ ਤੱਕ ਨਹੀਂ ਉਤਾਰਾਂਗੀ ਜਦੋਂ ਤੱਕ ਮੈਨੂੰ ਇਨਸਾਫ ਨਾ ਦਿੱਤਾ ਜਾਏਗਾ। ਤਾਂ ਤਸਵੀਰਾਂ ਤੇ ਜਿਹੜੀਆਂ ਖੁਦ ਬਿਆਨ ਕਰਦੀਆਂ ਪਈਆਂ ਨੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ, ਸਮਾਨ ਸਾਰਾ ਖਿਲ ਰਿਹਾ ਪਿਆ ਹੋਇਆ ਨੇ। ਤਾਂ ਅੱਗੇ ਕੀ ਸੋਚਿਆ? ਇਨਸਾਫ ਤੇ ਤੁਸੀਂ ਮੰਗ ਰਹੇ ਜੇ, ਪਰ ਇਨਸਾਫ ਪੁਲਿਸ ਵੱਲੋਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ 4-5 ਵਾਰੀ ਮੈਨੂੰ ਇਸ ਤਰ੍ਹਾਂ ਹੀ ਥਾਣਿਆਂ ਦੇ ਵਿੱਚ ਮੈਂ ਗਈ ਹਾਂ, ਤਾਂ ਮੈਨੂੰ ਇਸ ਤਰ੍ਹਾਂ ਹੀ ਤਰੀਕ ਮਿੱਥ ਦਿੱਤੀ ਜਾਂਦੀ ਹੈ, ਤਾਂ ਉਸ ਤੋਂ ਬਾਅਦ ਫਿਰ ਵਾਪਸ ਭੇਜ ਦਿੰਦੇ। ਤੇ ਲੱਗਦਾ ਕਿ ਹੁਣ ਫਿਰ ਤੁਸੀਂ ਥਾਣੇ ਜਾਓਗੇ ਤੇ ਜੇ ਫਿਰ ਇਹ ਕਹਿ ਦੇਵੇ ਕਿ ਮੈਂ ਵਿਆਹ ਕਰਨ ਨੂੰ ਤਿਆਰ, ਤੇ ਫਿਰ? ਸਰ ਮੈਂ ਇਹਦੇ ਨਾਲ ਵਿਆਹ ਨਹੀਂ ਕਰਵਾਉਣਾ। ਹੁਣ ਮੈਂ ਇਹਦੇ ਨਾਲ ਵਿਆਹ ਨਹੀਂ ਕਰਵਾਉਣਾ। ਮੈਂ ਇਹ ਚਾਹੁੰਦੀ ਕਿ ਇਹਨੂੰ ਹੁਣ ਜੇਲ੍ਹ ਵਿੱਚ ਹੀ ਭੇਜਿਆ ਜਾਵੇ, ਬਸ ਮੇਰੀ ਇਹੀ ਮੰਗ ਹੈਗੀ ਆ। ਕਿਉਂਕਿ ਅੱਜ ਮੇਰੇ ਨਾਲ ਇਸ ਤਰ੍ਹਾਂ ਹੋਇਆ, ਕੱਲ ਨੂੰ ਕਿਸੇ ਹੋਰ ਵੀ ਕੁੜੀ ਨਾਲ ਇਹ ਕਰੇਗਾ। ਅੱਜ ਮੈਨੂੰ ਇਨਸਾਫ ਮਿਲੇਗਾ ਤੇ ਕੱਲ ਨੂੰ ਕਿਸੇ ਹੋਰ ਨਾਲ ਕਰਨ ਤੋਂ ਪਹਿਲਾਂ ਸੋਚੇਗਾ ਕਿ ਮੈਂ ਇਸ ਤਰ੍ਹਾਂ ਕਰਨਾ ਨਹੀਂ ਹੈਗਾ ਦੁਬਾਰਾ। ਮੈਂ ਇਹ ਚਾਹੁੰਦੀ ਹਾਂ ਮੇਰੇ ਤੋਂ ਇਹੋ ਜਿਹੀ ਸਿੱਖ ਹੋਰ ਵੀ ਕਿਸੇ ਇਨਸਾਨ ਨੂੰ ਮਿਲੇਗੀ ਕਿ ਜਿਹੜਾ ਆਉਣ ਵਾਲੇ ਸਮੇਂ ਵਿੱਚ ਕੋਈ ਹੋਰ ਵੀ ਇਨਸਾਨ ਇਹੋ ਜਿਹਾ ਕਿਸੇ ਕੁੜੀ ਨਾਲ, ਕਿਸੇ ਦੀ ਧੀ ਭੈਣ ਨਾਲ ਨਾ ਕਰੇ ਜਿਹੋ ਜਿਹਾ ਇਹਨੇ ਮੇਰੇ ਨਾਲ ਕੀਤਾ ਹੈ। ਬਸ ਮੈਂ ਇਹ ਚਾਹੁੰਦੀ ਹੈਗੀ ਹਾਂ। ਤਾਂ ਇਹਦੀ ਜਾਲ ਦੇ ਵਿੱਚ ਫਸ ਕਿਸ ਤਰ੍ਹਾਂ ਗਏ ਤੁਸੀਂ? ਸਰ ਮੈਂ ਇਹਦੇ ਜਾਲ ਵਿੱਚ ਮੈਂ ਕੰਪਿਊਟਰ ਕੋਰਸ ਕਰਦੀ ਸੀ, ਮੇਰੀ ਉੱਥੇ ਹੀ ਇਹਦੇ ਨਾਲ ਗੱਲਬਾਤ ਹੋਈ ਸੀ। ਬਸ ਫੋਨ ਤੇ ਕਨੈਕਟ ਹੋਇਆ ਸੀ ਸਰ ਮੇਰਾ ਇਹਦੇ ਨਾਲ। ਫੇਸਬੁੱਕ ਤੇ ਜਾਂ ਫਿਰ? ਨਹੀਂ ਫੋਨ ਤੇ, ਕਾਲ ਤੇ, ਰੋਂਗ ਨੰਬਰ ਹੀ ਸੀ ਆਇਆ ਸੀ, ਉੱਥੇ ਮੇਰੀ ਗੱਲ ਹੋਈ ਸੀ ਇਹਦੇ ਨਾਲ ਸਰ। ਮੈਂ ਇੱਕ ਰੋਂਗ ਨੰਬਰ ਨੇ ਜ਼ਿੰਦਗੀ ਖਰਾਬ ਕਰ ਦਿੱਤੀ? ਹਾਂਜੀ ਸਰ,
ਉੱਥੋਂ ਹੀ ਮੇਰੀ ਇਹਦੇ ਨਾਲ ਗੱਲ ਹੋਈ ਹੈ। ਉਸ ਤੋਂ ਬਾਅਦ ਹੀ ਮੇਰੇ ਨਾਲ ਹੌਲੀ ਹੌਲੀ ਪਹਿਲਾਂ ਫਰੈਂਡਲੀ ਬੇਸ ਤੇ ਗੱਲ ਕਰਦਾ ਰਿਹਾ, ਉਸ ਤੋਂ ਬਾਅਦ ਹੌਲੀ ਹੌਲੀ ਰਿਲੇਸ਼ਨ ਵਿੱਚ ਆਏ, ਫਿਰ ਇਹਨੇ ਮੈਨੂੰ ਮੈਰਿਜ ਦਾ ਝਾਂਸਾ ਦਿੱਤਾ ਹੈ। ਉਸ ਤੋਂ ਬਾਅਦ ਮੈਨੂੰ ਇਹਨੇ ਇਹ ਵੀ ਕਿਹਾ ਕਿ ਤੇਰੇ ਪੇਰੈਂਟਸ ਨਹੀਂ ਹੈਗੇ, ਤੇਰੇ ਮੰਮੀ ਡੈਡੀ ਨਹੀਂ ਹੈਗੇ, ਕੋਈ ਗੱਲ ਨਹੀਂ, ਮੈਂ ਤੈਨੂੰ ਤੇਰੇ ਪੇਰੈਂਟਸ ਵਾਲਾ ਸਾਥ ਦਊਂਗਾ, ਤੇਰੇ ਮਾਪਿਓ ਵਾਲਾ ਸਾਥ ਦਊਂਗਾ, ਤੇਰੇ ਭੈਣ ਭਰਾਵਾਂ ਵਾਲਾ ਸਾਥ ਦਊਂਗਾ। ਜਦੋਂ ਇਹਨੂੰ ਪਤਾ ਲੱਗਾ ਕਿ ਮੈਂ ਮਤਲਬ ਆਪਣੀ ਫੈਮਿਲੀ ਤੋਂ ਵੀ ਇਕੱਲੀ ਹੋ ਗਈ ਹਾਂ, ਉਸ ਟਾਈਮ ਇਹਨੇ ਮੇਰੀ ਮਜਬੂਰੀ ਦਾ ਇੰਨਾ ਕੁ ਜ਼ਿਆਦਾ ਫਾਇਦਾ ਚੱਕਿਆ ਕਿ ਜਿਹੜੀ ਕੋਈ ਹੱਦ ਹੀ ਨਹੀਂ ਰਹਿ ਗਈ। ਫਿਰ ਮੈਨੂੰ ਮੇਰੀ ਕਾਸਟ ਦੇ ਬਲੇਮ ਕੀਤਾ ਗਿਆ ਕਿ ਤੂੰ ਮਜਬੀ ਚੂੜੇ ਹੈ। ਉਸ ਟਾਈਮ ਸਰ ਮੈਂ ਮਜਬੀ ਨਹੀਂ ਸੀ, ਜਿਸ ਟਾਈਮ ਤੇ ਮੈਨੂੰ ਘਰੇ ਲੈ ਕੇ ਜਾਂਦਾ ਸੀ, ਜਿਸ ਟਾਈਮ ਤੇ ਮੈਨੂੰ ਇਹ ਹੋਟਲਾਂ 'ਚ ਖੜਦਾ ਸੀ, ਜਿਸ ਟਾਈਮ ਤੇ ਮੈਨੂੰ ਹਰ ਇੱਕ ਗੱਲ ਆਪਣੀ ਮਨਵਾਉਂਦਾ ਸੀ, ਉਸ ਟਾਈਮ ਤੇ ਵੀ ਤੇ ਸਰ ਮੈਂ ਮਜਬੀ ਸੀ। ਅੱਜ ਮੈਂ ਮਜਬੀ ਹਾਂ, ਅੱਜ ਮੇਰੇ ਵਾਸਤੇ ਮਜਬੀ ਹਾਂ। ਤੇ ਬਿਲਕੁਲ ਇਸ ਵੇਲੇ ਇਸ ਲੜਕੀ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਪਰਿਵਾਰ ਕਹਿੰਦਾ ਪਿਆ ਕਿ ਇਨਸਾਫ ਦਿੱਤਾ ਜਾਵੇ। ਤਾਂ ਮੰਗਲ ਸੂਤਰ ਦੇਖ ਸਕਦੇ ਜੀ ਕਿ ਉਸੇ ਤਰੀਕੇ ਦੇ ਨਾਲ ਤਿਆਰੀਆਂ ਜਿਹੜੀਆਂ ਨੇ ਰੱਖੀਆਂ ਹੋਈਆਂ ਨੇ, ਤੇ ਮੰਗਲ ਸੂਤਰ ਹਰ ਚੀਜ਼ ਜਿਹੜੀ ਆ ਅਸੀਂ ਕਹਿ ਸਕਦੇ ਹਾਂ ਕਿ ਪੂਰੀ ਤਿਆਰ ਸੀ। ਦਾਜ ਜਿਹੜਾ ਦੇਣਾ ਸੀ ਉਹ ਵੀ ਪਰਿਵਾਰ ਨੇ ਤਿਆਰ ਰੱਖਿਆ ਹੋਇਆ ਸੀ। ਪਰ ਮੌਕੇ ਦੇ ਉੱਤੇ ਇਸ ਪਰਿਵਾਰ ਨੂੰ ਇੱਕ ਫੋਨ ਆਉਂਦਾ ਲਾਸਟ ਤੇ, ਜਦੋਂ ਲੜਕੀ ਵਿਆਹਣ ਵਾਸਤੇ ਗੁਰਦੁਆਰੇ ਵਿੱਚ ਲਾਵਾਂ ਫੇਰੇ ਕਰਾਉਣ ਵਾਸਤੇ ਜਾਂਦੇ ਨੇ, ਤਾਂ ਲਾਸਟ ਦੇ ਉੱਤੇ ਇੱਕ ਫੋਨ ਆਉਂਦਾ ਜੋ ਕਿ ਇਸ ਲੜਕੇ ਦਾ ਹੀ ਫੋਨ ਆਉਂਦਾ। ਤਾਂ ਕਹਿੰਦਾ ਕਿ ਮੈਂ ਤੇ ਤੇਰੇ ਨਾਲ ਵਿਆਹ ਕਰਾਉਣਾ ਹੀ ਨਹੀਂ, ਤੂੰ ਕਿੱਧਰ, ਮੈਂ ਸਿਰਫ ਤੇ ਸਿਰਫ ਤੇਰੇ ਘਰਦਿਆਂ ਦੀ ਬੇਇੱਜ਼ਤੀ ਕਰਨ ਵਾਸਤੇ ਹੀ ਤੇਰੇ ਨਾਲ ਤਰੀਕ ਮਿੱਥੀ ਸੀ। ਤਾਂ ਇੱਕ ਰੋਂਗ ਨੰਬਰ ਨੇ ਇਸ ਲੜਕੀ ਦੀ ਜ਼ਿੰਦਗੀ ਜਿਹੜੀ ਆ ਉਹ ਬਰਬਾਦ ਕਰਕੇ ਰੱਖਦੀ ਆ। ਪੂਰਾ ਪਰਿਵਾਰ ਇਸ ਵੇਲੇ ਮੌਜੂਦ ਹੈ, ਦਾਦੀ ਜੀ, ਭੈਣਾਂ, ਭਰਾ, ਹਰ ਕੋਈ ਮੌਜੂਦ ਹੈ। ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਕੇ ਜ਼ਰੂਰ ਦੇਖੇ ਹਾਂ ਕਿ ਉਹਨਾਂ ਵੱਲੋਂ ਕੀ ਕਹਿਣਾ ਹੈ। ਭਾਜੀ ਤੁਸੀਂ ਬ੍ਰਦਰ ਜੇ, ਤਾਂ ਬ੍ਰਦਰ ਦੇ ਦਿਲ ਨੂੰ ਬੜੀ ਠੇਸ ਪਹੁੰਚਦੀ ਜਦੋਂ ਭੈਣ ਦੇ ਨਾਲ ਇਸ ਤਰ੍ਹਾਂ ਹੋਵੇ, ਕਿਉਂਕਿ ਭੈਣ ਨੂੰ ਵਿਆਹਣਾ ਇੱਕ ਭਰਾ ਦਾ ਸੁਪਨਾ ਹੁੰਦਾ ਹੈ ਕਿ ਮੈਂ ਆਪਣੀ ਭੈਣ ਨੂੰ ਸਹੀ ਤਰੀਕੇ ਵਿਆਹਾਂ ਤੇ ਉਹਦਾ ਘਰ ਜਿਹੜਾ ਵਾ ਸਹੀ ਤਰੀਕੇ ਵਸੇ, ਮੈਨੂੰ ਕੋਈ ਚਿੰਤਾ ਨਾ ਹੋਵੇ। ਤਾਂ ਅੱਜ ਭੈਣ 3 ਵਾਰੀ ਤਰੀਕ ਦਿੱਤੀ ਗਈ ਹੈ, ਤਾਂ ਫਿਰ ਵੀ ਭੈਣ ਉੱਥੇ ਬੈਠੀ ਹੈ, ਕੀ ਕਹਿਣਾ ਚਾਹੁੰਦੇ ਹੋ? ਸਰ ਸਾਡੀ ਤਾਂ ਮਹੱਲੇ 'ਚ ਬਹੁਤ ਬੇਇੱਜ਼ਤੀ ਹੋਈ ਆ, ਔਰ ਅਸੀਂ ਤਾਂ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਵੀ ਨਹੀਂ ਰਹੇ। 3 ਵਾਰੀ ਉਹਨੇ ਟਾਈਮ ਦਿੱਤਾ ਸਾਨੂੰ, ਤੇ ਉਹ 3 ਵਾਰੀ ਜਾਨੀ ਕਿ ਉਹ ਪੁਲਿਸ ਨੂੰ ਵੀ ਸਰ ਬੇਵਕੂਫ ਬਣਾ ਰਿਹਾ ਵਾ ਉਹ ਤੇ। ਬਿਲਕੁਲ ਪੁਲਿਸ ਦੇ ਨਾਲ ਪਰਿਵਾਰ, ਪੁਲਿਸ, ਹਰ ਇੱਕ ਨੂੰ ਸਾਰਿਆਂ ਨੂੰ ਹਾਂਜੀ, ਸਾਰਿਆਂ ਨੂੰ ਬੇਵਕੂਫ ਬਣਾ ਰਿਹਾ ਵਾ ਉਹ ਤੇ, ਵੀ ਉਹ ਸਾਰਿਆਂ ਨੂੰ ਬੇਵਕੂਫ ਬਣਾ ਰਿਹਾ ਵਾ। ਫਿਰ ਸਰ ਉਹੀ ਇਕੱਲਾ ਚਾਤਰ ਹੋ ਗਿਆ। ਹੁਣ ਆਪਾਂ ਮੰਗ ਕੀ ਕਰਦੇ ਹਾਂ? ਹੁਣ ਸਰ ਆਪਣੀ ਮੰਗ ਇੱਕੋ ਹੀ ਆ ਵੀ ਉਹਨੂੰ ਜੇਲ੍ਹ ਵਿਖਾਈ ਜਾਵੇ, ਇਨਸਾਫ ਦਿੱਤਾ ਜਾਵੇ। ਹਾਂਜੀ, ਇਨਸਾਫ ਕਰਾਇਆ ਜਾਵੇ ਸਾਡੇ ਨਾਲ। ਬਿਲਕੁਲ ਸੋ ਦੇਖ ਸਕਦੇ ਜੇ ਕਿ ਭਰਾ ਇਹੋ ਹੀ ਗੱਲ ਕਹਿ ਰਹੇ ਕਿ ਮੈਨੂੰ ਇਨਸਾਫ ਚਾਹੀਦਾ ਹੈ। ਤਾਂ ਤੁਸੀਂ ਕੀ ਲੱਗਦੇ ਜੇ? ਦਾਦੀ ਜੀ ਕੀ ਕਹਿਣਾ ਚਾਹੁੰਦੇ ਜੇ? ਅਸੀਂ ਤੇ ਇਹੋ ਚਾਹੁੰਦੇ ਹਾਂ ਬੜੀ ਵੱਡੀ ਗੱਲ ਹੈ। ਸਾਡਾ ਇਨਸਾਫ ਹੋਣਾ ਚਾਹੀਦਾ, ਜੋ ਇਹਨੇ ਗਲਤੀ ਕੀਤੀ ਗਲਤੀ ਦਾ ਅਹਿਸਾਸ ਇਹਨੂੰ ਮਿਲਣਾ ਚਾਹੀਦਾ। ਪੂਰੇ ਪਰਿਵਾਰ ਨੇ ਸਾਰਾ ਸਮਾਨ ਰੈਡੀ ਕਰ ਲਿਆ, ਹੱਥਾਂ ਤੇ ਮਹਿੰਦੀਆਂ ਲੱਗ ਗਈਆਂ, ਰਿਸ਼ਤੇਦਾਰ, ਸਕੇ ਸੰਬੰਧੀ ਸਾਰੇ ਪਹੁੰਚ ਗਏ। ਤੇ ਜਦੋਂ ਲੜਕੀ ਨੂੰ ਲੈ ਕੇ ਗੁਰਦੁਆਰੇ ਜਿੱਥੇ ਕਿ ਲਾਵਾਂ ਫੇਰੇ ਹੋਣੇ ਨੇ ਉੱਥੇ ਪਹੁੰਚਦੇ ਨੇ ਤਾਂ ਗੇਟ ਦੇ ਉੱਤੇ ਫੋਨ ਆਉਂਦਾ ਹੈ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ। ਹੁਣ ਪੁਲਿਸ ਅਧਿਕਾਰੀ ਕੀ ਕਹਿੰਦੇ ਇਸ ਮਾਮਲੇ ਦੇ ਉੱਤੇ, ਪੁਲਿਸ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਕੇ ਦੇਖਦੇ ਹਾਂ।